ओम शांति सत श्री अकाल। मैं अमरजीत कौर दुआ आप जी ਦੇ ਨਾਲ ਫਿਰ ਇਸ ਇੱਕ ਓਂਕਾਰ ਇੱਕ ਪਰਮਾਤਮਾ ਦੀ ਖੋਜ ਵਿੱਚ ਦੀ ਸੀਰੀਜ਼ ਦੇ ਵਿੱਚ ਅਸੀਂ ਜਪਜੀ ਦੇ ਸਾਹਿਬ ਦਾ ਖੋਜ ਕਰਦੇ ਹਾਂ। ਉਸ ਗੁਰੂ ਨਾਨਕ ਦੇਵ ਜੀ ਦੇ ਬਾਣੀ ਧੁਰ ਕੀ ਬਾਣੀ ਅਕਾਲ ਪੁਰਖ ਦੀ ਬਾਣੀ ਨੂੰ ਸਮਝ ਰਹੇ ਹਾਂ। ਉਸ ਸ਼ਿਵ ਬਾਬਾ ਦੀ ਗੱਲ ਜਿਸ ਪਰਮਾਤਮਾ ਨੂੰ ਅਸੀਂ ਹੁਣ ਜਾਣ ਚੁੱਕੇ ਹਾਂ, ਪਹਿਚਾਣ ਚੁੱਕੇ ਹਾਂ। ਆਪਣੇ ਆਪ ਨੂੰ ਵੀ ਅਸੀਂ ਪਹਿਚਾਣ ਲਿਆ ਕਿ ਮੈਂ ਕੌਣ ਹਾਂ, ਮੈਂ ਆਤਮਾ ਹੈਗਾ ਅਤੇ ਉਹ ਪਰਮ ਪਿਤਾ ਪਰਮਾਤਮਾ ਹੈਗਾ। ਅਤੇ ਅਸੀਂ ਪਿਛਲੀ ਵਾਰੀ 33rd ਪੌੜੀ ਤੱਕ ਪਹੁੰਚ ਚੁੱਕੇ ਹਾਂ ਅਤੇ ਹੁਣ ਅਸੀਂ 34th ਪੌੜੀ ਆਰੰਭ ਕਰ ਰਹੇ ਹਾਂ। ਅਤੇ ਅੱਜ ਪੜ੍ਹਦੇ ਹਾਂ ਪਹਿਲਾਂ ਅਤੇ ਫਿਰ ਆਪਾਂ ਸਾਂਝ ਕਰਾਂਗੇ। ਅੱਜ ਅਸੀਂ ਨਵਾਂ ਗੁਰੂ ਜਪਜੀ ਸਾਹਿਬ ਦੇ ਕੁਝ ਸਟੇਜਸ ਦੀ ਗੱਲ ਹੁੰਦੀ ਹੈ ਅਤੇ ਇਹ ਖੰਡ ਦੀ ਗੱਲ ਸ਼ੁਰੂ ਹੁੰਦੀ ਹੈ ਅਤੇ ਅਸੀਂ ਗੁਰੂ ਨਾਨਕ ਦੇਵ ਜੀ ਜਿਸ ਤਰ੍ਹਾਂ 4 ਖੰਡ ਨੂੰ ਸਮਝਾਉਂਦੇ ਨੇ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਇੱਕ ਸੱਚਖੰਡ। 5 ਖੰਡ ਨੂੰ ਅਸੀਂ ਸਮਝਾਂਗੇ ਗੁਰੂ ਨਾਨਕ ਦੇਵ ਜੀ ਦੇ ਹਿਸਾਬ ਦੇ ਨਾਲ, ਹੌਲੀ ਹੌਲੀ ਇੱਕ ਇੱਕ ਪੌੜੀ ਕਰਕੇ। ਅਤੇ ਇਹ ਪਹਿਲੀ ਪੌੜੀ ਹੈ ਜਿਹੜਾ ਕਿ ਉਸ ਧਰਮ ਖੰਡ ਦੀ ਗੱਲ ਹੈ ਜਿਹਦੇ ਵਿੱਚ ਵਕਤ ਆਉਂਦਾ ਹੈ, ਧਰਤੀ ਦੀ ਗੱਲ ਆਉਂਦੀ ਹੈ, 5 ਤੱਤਵ ਦੀ ਗੱਲ ਆਉਂਦੀ ਹੈ, ਉਸ ਦੇ ਹੁਕਮ ਦੀ ਗੱਲ ਆਉਂਦੀ, ਉਸ ਦੀ ਕੋਰਟ ਆਫ ਜਸਟਿਸ ਮਤਲਬ ਕਿ ਕਿਸ ਤਰ੍ਹਾਂ ਉਹ ਚਲਾ ਰਹੇ, ਉਸ ਦੀ ਧਰਮ ਰਾਜ ਦੀ ਗੱਲ ਆਉਂਦੀ ਹੈ। ਚਲੋ ਆਪਾਂ ਇਸ ਨੂੰ ਸਮਝੀਏ ਗੁਰੂ ਨਾਨਕ ਦੇਵ ਜੀ ਦੇ ਵਚਨ ਦੁਆਰਾ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਈਆਂ ਜਾਪੇ ਜਾਏ। 3-4 ਲਾਈਨਾਂ ਕਰਕੇ ਆਪਾਂ ਇਸ ਪਹਿਲਾਂ ਇੱਕ ਪੰਨਾ ਨੂੰ ਸਮਝਾਂਗੇ, ਫਿਰ ਹੌਲੀ ਹੌਲੀ ਆਪਾਂ ਇਸ ਧਰਮ ਖੰਡ ਨੂੰ ਸਮਝਾਂਗੇ। ਰਾਤੀ ਰੁੱਤੀ ਥਿੱਤੀ ਵਾਰ, ਇੱਥੇ ਗੁਰੂ ਜੀ ਗੱਲ ਕਰ ਰਹੇ ਨੇ। These are days and nights and seasons, lunar and weekdays, all the elements of wind, water, fire and the Netherlands. ਪਵਨ ਪਾਣੀ ਅਗਨੀ ਪਾਤਾਲ, ਗੁਰੂ ਜੀ ਇਸ ਵੇਲੇ ਵਕਤ ਦੀ ਪਹਿਲਾਂ ਗੱਲ ਕਰ ਰਹੇ ਨੇ ਕਿ ਰਾਤਾਂ ਦੀ ਮਤਲਬ ਦਿਨ ਦੀ, ਥਿੱਤੀ ਮਤਲਬ ਚੰਦਰਮਾ ਦੀ ਵਧਣੀ ਅਤੇ ਘਟਣੀ, ਅਤੇ ਵਾਰ ਸ਼ੁੱਕਰਵਾਰ ਐਤਵਾਰ ਵੀਕਡੇਜ਼, ਅਤੇ ਇਹ ਸਾਰੀਆਂ ਗੱਲਾਂ ਵਾਰ ਦੀ ਗੱਲ ਕਰਦੇ ਨੇ, ਵਕਤ ਦੀ ਗੱਲ ਕਰ ਰਹੇ ਨੇ। ਅਤੇ ਪਵਨ ਪਾਣੀ ਅਗਨੀ ਪਾਤਾਲ ਮਤਲਬ ਹਵਾ ਪਾਣੀ, ਸੂਰਜ ਦੀ ਕਿਰਨੇ, ਉਹ ਤਪ ਦੇ ਨਾਲ ਅਗਨੀ ਵਾਲੀ ਸ਼ਕਤੀ ਜਾ ਰਹੀ ਹੈ, ਤੱਤਵ ਜਿਹੜੀ ਅਗਨੀ ਤੱਤਵ, ਅਤੇ ਪਾਤਾਲ ਧਰਤੀ ਤੱਤਵ। ਇਹ ਗੁਰੂ ਜੀ ਪਹਿਲਾਂ ਜ਼ਿਕਰ ਕਰਦੇ ਨੇ ਇਹਨਾਂ ਚੀਜ਼ਾਂ ਨੂੰ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, amidst all this is placed the earth as the ideal place for the play of righteousness. ਸਾਰਾ ਕੁਝ ਦੇ ਵਿੱਚ ਮਤਲਬ ਵਕਤ ਦੇ ਵਿੱਚ ਅਤੇ 5 ਤੱਤਵ ਦੇ ਵਿੱਚ। ਇੱਥੇ 4 ਤੱਤਵ ਦੀ ਗੱਲ ਹੋਈ ਹੈ, ਪਰ ਕਿਉਂਕਿ ਪਵਨ ਅਤੇ ਆਕਾਸ਼ ਸਿਮਿਲਰ ਹੈ, ਆਕਾਸ਼ ਸ਼ੂਨਯ ਹੈਗਾ, ਪਰ ਇੱਥੇ ਪਵਨ ਦੀ ਗੱਲ ਹੋਈ ਹੈ। ਮਤਲਬ ਇਹ ਤੱਤਵ ਦੇ ਵਿੱਚ ਧਰਤੀ ਨੂੰ ਪਾਇਆ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਅਤੇ ਉਸ ਨੂੰ ਦੇਖਣ ਵਾਸਤੇ ਧਰਮਸ਼ਾਲ ਵੀ ਮਤਲਬ ਧਰਮ ਦੀ ਗੱਲ ਹੋ ਰਹੀ ਹੈ, ਧਰਮਸ਼ਾਲਾ ਬਣਾਇਆ ਹੋਇਆ। ਇਹ ਧਰਤੀ ਦੇ ਉੱਤੇ, ਇਹ ਧਰਤੀ ਇੱਕ ਧਰਮਸ਼ਾਲਾ ਹੈ। ਅਸੀਂ ਇਸ ਧਰਤੀ ਦੇ ਉੱਤੇ ਖੇਡਣ ਆਇਆ। ਇਸ ਧਰਮਸ਼ਾਲ ਦੇ ਵਿੱਚ ਇਸ ਪੰਕਤੀ ਵਿੱਚ ਬਹੁਤ ਕਲੀਅਰ ਦੇ ਨਾਲ ਗੁਰੂ ਜੀ ਦੱਸ ਰਹੇ ਨੇ ਕਿ ਅਕਾਲ ਪੁਰਖ ਨੇ ਕਿਵੇਂ ਥਿੱਤੀ ਵਾਰ, ਜਿਹੜੇ ਮੈਂ ਕਈ ਵਾਰੀ ਜ਼ਿਕਰ ਕਰਨੇ ਕਿ ਇਸ ਸਰੀਰ ਵਿੱਚ ਆ ਕੇ ਅਸੀਂ ਟਾਈਮ ਵਕਤ ਦੇ ਵਿੱਚ ਆਉਂਦੇ ਹਾਂ, ਮਤਲਬ ਰਾਤੀ ਰੁੱਤੀ ਥਿੱਤੀ ਵਾਰ ਦੇ ਵਿੱਚ ਆ ਜਾਂਦੇ ਹਾਂ। ਜੇ ਆਤਮਾ ਅਲੱਗ ਹੈ ਇਸ ਸਰੀਰ ਤੋਂ, ਫਿਰ ਨਾ ਦਿਨ ਹੈ ਅਤੇ ਰਾਤ, ਨਾ ਵਾਰ ਹੈ, ਨਾ ਕੋਈ ਪਰਮਧਾਮ ਵਿੱਚ ਜਦੋਂ ਅਸੀਂ ਵਸ ਰਹੇ ਹਾਂ, ਨਿਵਾਸੀ ਹਾਂ, ਉੱਥੇ ਕੋਈ ਗੱਲ ਨਹੀਂ ਹੁੰਦੀ ਕਿ ਕੋਈ ਵਾਰ ਨਹੀਂ ਹੁੰਦੀ, ਕੋਈ ਮਤਲਬ ਸਥਿਰ ਨਾ ਕੁਛ, ਬਸ ਆਪਣਾ ਮੁਕਤ
ਫਰੀ ਫਰੋਮ ਸਾਈਕਲ ਆਫ ਟਾਈਮ, ਵਕਤ ਤੋਂ ਰਹਿਤ ਉਸਤੇ ਉਹ ਉਸਦੇ ਆਪਣੀ ਮੂਲ ਵਤਨ। ਪਰ ਜਦ ਅਸੀਂ ਧਰਤੀ ਵਿੱਚ ਖੇਡ ਖੇਡਣ ਆਉਂਦੇ ਹਾਂ ਫਿਰ ਉਹ ਵਕਤ ਨੂੰ ਅਹਿਮ ਕਰਨਾ ਪੈਂਦਾ ਅਤੇ ਫਿਰ ਪੰਜ ਤੱਤਵ ਦੇ ਵਿੱਚ ਉਸਨੇ ਸਾਨੂੰ ਟਿਕਾ ਦਿੱਤਾ ਹੈ। ਇਹ ਆਪਣਾ ਚੱਲ ਰਿਹਾ ਅਤੇ ਅਸੀਂ ਇਸ ਨੂੰ ਜ਼ਰੂਰ ਸਮਝਣਾ ਕਿ ਕਿਸ ਤਰ੍ਹਾਂ ਉਹਦੇ ਵਿੱਚ ਅਸੀਂ ਖੇਡ ਰਹੇ ਹਾਂ। ਅਤੇ ਗੁਰੂ ਜੀ ਅਕਾਲ ਪੁਰਖ ਨੇ ਕਿਵੇਂ, ਪਿਛਲੀ ਵਾਰੀ ਅਸੀਂ ਸਮਝਿਆ ਵੀ ਸੀ ਕਿ ਇੱਕ ਝਟਕਾ ਦੇ ਵਿੱਚ ਉਸਨੇ ਇਹ ਕੀਤਾ। ਸ਼ਾਇਦ ਅਸੀਂ ਜਿਹੜੇ ਸੁਣੇ ਬਿਗ ਬੈਂਗ ਥਿਊਰੀ, ਇੱਕ ਝਟਕਾ ਦੇ ਵਿੱਚ ਸ਼ਾਇਦ। ਅਤੇ ਇਸ ਵੇਲੇ ਅਸੀਂ ਸੁਣ ਰਹੇ ਹਾਂ ਕਿ ਧਰਤੀ ਨੂੰ ਕਿਵੇਂ ਇਹ ਵਕਤ ਦੇ ਵਿੱਚ ਅਤੇ ਪੰਜ ਤੱਤਾਂ ਦੇ ਵਿੱਚ ਟਿਕਾ ਦਿੱਤੀ ਹੈ, ਸਾਨੂੰ ਆਤਮਾ ਨੂੰ ਖੇਡ ਖਿਡਾਉਣ ਵਾਸਤੇ। Amidst all this is placed the earth as the ideal place for the play of righteousness, ਸੱਚਾਈ ਦੀ ਖੇਡ ਵਾਸਤੇ। ਤਿਸ ਵਿੱਚ ਜੀ ਜੁਗਤ ਕੇ ਰੰਗ, for us to learn of him and act with grace, therein are placed beings of various species and colours, whose names are various and endless, wonders of wonders. ਇਸ ਦੇ ਵਿੱਚ, ਤਿਸ ਵਿੱਚ, ਇਸ ਧਰਤੀ ਧਰਮਸਾਲ ਦੇ ਵਿੱਚ ਫਿਰ ਗੁਰੂ ਨੇ ਜੀ ਜੰਤ ਜੁਗਤ ਰੰਗ, ਜੁਗਤ ਕੇ ਰੰਗ ਮਤਲਬ ਅਲੱਗ ਅਲੱਗ ਸਭ ਕੁਛ ਪਾਇਆ ਉਸ ਦੇ ਵਿੱਚ। ਆਤਮਾ ਨੂੰ ਸਰੀਰ ਦਿੱਤਾ, ਐਨੀਮਲਸ, ਪਲਾਂਟਸ, ਇਹ ਸਾਰਾ ਕੁਛ ਪਾਇਆ ਅਤੇ ਅਲੱਗ ਅਲੱਗ ਰੰਗ ਦਿੱਤਾ। ਤਿਨਕੇ ਨਾਮ ਅਨੇਕ ਅਨੰਤ, ਅਤੇ ਅਲੱਗ ਅਲੱਗ ਨਾਮ, ਬੇਹੱਦ ਅਨੰਤ, ਅਨੰਤ ਮਤਲਬ ਬੇਹੱਦ, ਵੰਡਰ ਆਫ ਵੰਡਰ ਮਤਲਬ ਕਿ ਅਨੇਕ ਅਤੇ ਅਨੰਤ, ਵੰਡਰ ਆਫ ਵੰਡਰ ਅਤੇ ਐਂਡਲੈਸ, ਅਨੰਤ ਮਤਲਬ ਕੋਈ ਸੀਮਾ ਨਹੀਂ, ਕਿ ਅੰਤ ਨਹੀਂ। ਅਤੇ ਇੰਨੀ ਵਰਾਇਟੀ ਉਹਨਾਂ ਨੇ ਆਪਣਾ ਸਭ ਕੁਝ ਬਣਾ ਕੇ ਨਾਮ ਦਿੱਤਾ ਹੈ ਸਾਰੀਆਂ ਚੀਜ਼ਾਂ ਦਾ। ਉਹ ਆਵੇ ਆਵੇ ਆਵੇ, ਇਹ ਸਾਰਾ ਕੁਛ ਉਹਨੇ ਅਸੀਂ ਇਸ ਪੌੜੀ ਤੋਂ ਧਰਤੀ ਦਾ ਖੇਡ ਸਮਝ ਸਕਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵਿਚਾਰ ਕਰ ਰਹੇ ਨੇ ਕਿ ਆਤਮਾ ਜਿਹੜਾ ਵਕਤ ਤੋਂ ਰਹਿਤ ਹੈ, ਧਰਤੀ ਤੋਂ ਉੱਤੇ, ਉਹ ਇਸ ਧਰਤੀ ਦੇ ਵਿੱਚ ਖੇਡ ਖੇਡਣ ਆਉਂਦੇ ਨੇ, ਕਿਉਂਕਿ ਅਕਾਲ ਪੁਰਖ ਨੇ ਧਰਤੀ ਨੂੰ ਧਰਮਸ਼ਾਲਾ ਮਤਲਬ ਇੱਥੇ ਸੱਚਾਈ ਦੇ ਰਾਹ 'ਤੇ ਟੁਰਨ ਵਾਸਤੇ, ਰਾਈਚਸਨੈਸ। ਜਦੋਂ ਆਪਾਂ ਧਰਮ ਦੀ ਗੱਲ ਕਰਨੇ ਮਤਲਬ ਕਿ ਸਹੀ ਰਾਹ, ਸੱਤ ਦੀ ਰਾਹ, ਝੂਠ ਦੀ ਰਾਹ ਨਹੀਂ। ਜੋ ਸਾਨੂੰ ਸਾਰਿਆਂ ਨੂੰ ਚੰਗਾ ਲੱਗੇਗਾ ਉਹ ਸੱਤ ਹੈ, ਜੋ ਇੱਕ ਨੂੰ ਵੀ ਚੰਗਾ ਨਹੀਂ ਲੱਗਦਾ ਉਹ ਸੱਤ ਨਹੀਂ ਹੋ ਸਕਦਾ। ਜਿਵੇਂ ਪਿਆਰ ਹੈ, ਸਾਰਿਆਂ ਨੂੰ ਪਿਆਰ ਪਸੰਦ ਹੈ, ਸ਼ਾਂਤੀ ਹੈ, ਸਾਰਿਆਂ ਨੂੰ ਸ਼ਾਂਤੀ ਪਸੰਦ ਹੈ, ਇਹ ਰਾਈਚਸਨੈਸ ਹੈਗਾ, ਸੰਤੁਸ਼ਟਤਾ, ਪਿਆਰ, ਸੰਤੁਸ਼ਟਤਾ, ਸ਼ਾਂਤੀ, ਇਹ ਗੁਣ, ਸ਼ਕਤੀਆਂ, ਪਵਿੱਤਰਤਾ, ਸ਼ੁੱਧਤਾ, ਇਹ ਸਾਰਿਆਂ ਨੂੰ ਪਸੰਦ ਹੈ, ਇਹ ਸੱਤਿਅਤਾ, ਇਹ ਧਰਮ ਹੈਗਾ। ਉਸ ਅਕਾਲ ਪੁਰਖ ਦੇ ਨਾਲ ਮਿਲਣ ਸਾਡਾ ਧਰਮ ਹੈਗਾ। ਪਰ ਇੱਥੇ ਜਿਹੜਾ ਧਰਮਸਾਲ ਦੀ ਗੱਲ ਹੈ ਮਤਲਬ ਰਾਈਚਸਨੈਸ, ਦ ਰੀਅਲਮ ਆਫ ਰਾਈਚਸਨੈਸ, ਇਹ ਖੰਡ ਉਹ ਬਣਾ ਰਹੇ ਨੇ। ਜਿਹੜਾ ਅਸੀਂ ਗੱਲ ਕਰ ਰਹੇ ਧਰਮ ਖੰਡ ਦੀ, ਇਹ ਰੀਅਲਮ ਆਫ ਰਾਈਚਸ ਲਿਵਿੰਗ ਹੈ। ਇਸ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਨਾਲ ਇਹ ਧਰਤੀ ਬਣਾਇਆ, ਟਿਕਾਇਆ ਵਿਚਕਾਰ, ਅਤੇ ਸਾਨੂੰ ਪਾਇਆ ਇਸ ਦੇ ਵਿੱਚ ਖੇਡ ਖੇਡਣ ਵਾਸਤੇ। ਜੀ ਜੁਗਤ ਕੇ ਰੰਗ ਅਨੇਕ ਅਨੰਤ, ਅਤੇ ਅਲੱਗ ਅਲੱਗ ਨਾਮ ਦਿੱਤਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। All the diverse beings are given free will and are accountable for every deed enacted, by which, at his utterly fair and just court, judgment will be depicted. ਇੱਥੇ ਗੁਰੂ ਜੀ ਕਹਿ ਰਹੇ ਕਰਮੀ ਕਰਮੀ ਹੋਏ ਵਿਚਾਰ, ਮਤਲਬ ਅਸੀਂ ਸਾਰਿਆਂ ਨੂੰ ਇਸ ਧਰਤੀ ਦੇ ਵਿੱਚ ਪਾ ਕੇ ਖੇਡ ਖੇਡਣ ਵਾਸਤੇ ਸਾਨੂੰ ਸਾਰਾ ਕੁਛ ਦਿੱਤਾ ਹੈ, ਅਤੇ ਫਿਰ ਉਹ ਅਕਾਲ ਪੁਰਖ ਸਾਨੂੰ ਫਰੀ ਵਿਲ ਦਿੱਤਾ ਹੈ। ਕਰਮੀ ਕਰਮੀ, ਤੁਸੀਂ ਕਰੋ, ਹੁਣ ਤੁਸੀਂ ਕਰੋ ਜੋ ਕਰਨਾ ਹੈ। ਮਤਲਬ ਲਿਖਿਆ ਹੀ ਕਰ ਰਹੇ ਹਾਂ, ਪਰ ਫਿਰ ਵੀ ਉਸ ਲਿਖਿਆ ਵੀ ਤਾਂ ਉਹਨਾਂ ਨੇ ਸਾਡੇ ਮਨ ਦੇ, ਸਾਡੇ ਆਤਮਾ ਦੀ, ਕਿਉਂਕਿ ਅਸੀਂ ਉਸ ਦੇ ਬੱਚੇ ਹਾਂ, ਅਤੇ ਸਾਡੀ ਮਨ ਦੀ
ਅਵਸਥਾ ਦੇ ਹਿਸਾਬ ਨਾਲ ਹੀ ਸਾਨੂੰ ਰੋਲ ਪਲੇ ਦਿੱਤਾ। ਜਿਵੇਂ ਹੀਰੋ ਐਕਟਰ ਹੈ, ਅਮਿਤਾਭ ਹੋਏ ਜਾਂ ਸ਼ਾਹਰੁਖ ਖਾਨ ਹੋਏ, ਉਹਨਾਂ ਨੂੰ ਰੋਲ ਮਿਲਦਾ ਉਸੇ ਮਤਲਬ ਜਿਹੜੇ ਰੋਲ ਉਹ ਅੱਛੇ ਖੇਡ ਸਕਦੇ ਨੇ। ਕੋਈ ਰੋਲ ਜਿਹੜਾ ਉਹ ਅੱਛੇ ਪਲੇ ਨਹੀਂ ਕਰ ਸਕਦੇ, ਉਹ ਥੋੜ੍ਹਾ ਦੇਣਗੇ ਉਹਨਾਂ ਨੂੰ ਉਹ ਰੋਲ। ਅਸੀਂ ਸਾਰੇ ਨੂੰ ਰੋਲ ਆਪਣੇ ਮਤਲਬ ਕਰਮ ਜੋ ਅਸੀਂ ਕਰ ਸਕਦੇ ਉਹੀਓ, ਫਿਰ ਉਹ ਛੱਡ ਦਿੰਦੇ ਨੇ, ਚੱਲ ਤੂੰ ਹੁਣ ਕਰ ਜੋ ਕਰਨਾ। ਕਰਮੀ ਕਰਮੀ ਹੋਏ ਵਿਚਾਰ, ਫਿਰ ਉਹ ਵਿਚਾਰ ਕਰਦਾ, ਉਹ ਵਹਿੰਦਾ ਹੈ ਅਤੇ ਅਸੀਂ ਖੇਡ ਰਹੇ ਹਾਂ। ਅਸੀਂ ਫਰੀ ਵਿਲ ਸਾਨੂੰ ਮਿਲਦਾ। ਸੱਚਾ ਆਪ ਸੱਚਾ ਦਰਬਾਰ ਉਹ ਸੱਚਾ ਹੈ ਅਤੇ ਉਹ ਦੀ ਦਰਬਾਰ ਵੀ ਸੱਚੀ ਹੈ। ਉਹ ਫਿਰ ਉਸ ਦੀ ਦਰਬਾਰ ਵਿੱਚ ਜੋ ਅਸੀਂ ਕਰਮ ਦਾ ਜੋ ਖਾਤਾ ਹੈ ਉਹ ਨਜ਼ਰ ਆਉਂਦੀ ਇਸ ਧਰਮ ਖੰਡ ਦੇ ਵਿੱਚ। ਕਿਉਂਕਿ ਕੀ ਸਹੀ ਹੈ ਕੀ ਗਲਤ ਹੈ ਉਹ ਫਿਰ ਦਰਬਾਰ ਵਿੱਚ ਸੱਚਾ ਆਪ ਸੱਚਾ ਦਰਬਾਰ ਉਹ ਫਿਰ ਵਿੰਦਾ, ਉਹ ਫਿਰ ਸੱਚਾ ਆਪ ਹੈ ਅਤੇ ਉਹ ਫਿਰ ਉਸ ਦੀ ਦਰਬਾਰ ਵੀ ਸੱਚੀ ਹੈ। ਕੋਈ ਕਰਮ ਦੇ ਖਾਤਾ ਤੋਂ ਉੱਚੇ ਨਹੀਂ ਹੈ, ਕੋਈ ਕਰਮ ਦੇ ਖਾਤਾ ਦੇ ਦਬਾਅ ਵਿੱਚ ਅਸੀਂ ਕੋਈ ਉਲਟਾ ਸਿੱਧਾ ਬਰਾਈਬਰੀ ਵਗੈਰਾ ਨਹੀਂ ਚੱਲਦੀ ਉਸ ਦੇ ਦਰਬਾਰ ਵਿੱਚ। ਉਹਦਾ ਦਰਬਾਰ ਸੱਚਾ ਹੈ ਅਤੇ ਜਿਹੜੇ ਅਸੀਂ ਇੱਥੇ ਝੂਠ ਵਗੈਰਾ ਜਮ੍ਹਾਂ ਕਰ ਸਕਦੇ ਹਾਂ ਆਪਣੀ ਕਰਮ ਹਿਸਾਬ ਨਾਲ, ਥੋੜ੍ਹਾ ਸੁੱਖ ਪਾ ਲੈਂਦੇ ਹਾਂ, ਫਿਰ ਸਾਨੂੰ ਭੋਗਣਾ ਪੈਂਦਾ, ਜਿੰਨਾ ਵੱਧ ਕੇ ਭੋਗਣਾ ਪੈਂਦਾ। ਇਸ ਵਾਸਤੇ ਧਿਆਨ ਕਰਿਓ ਕਿ ਉਹ ਆਪ ਸੱਚਾ ਹੈ ਅਤੇ ਉਸ ਦੇ ਦਰਬਾਰ ਸੱਚਾ ਹੈ। ਇਸ ਵਾਸਤੇ ਕਹਿੰਦੇ ਕਿ ਸੱਚੀ ਤਰੀਕੇ ਨਾਲ ਸੱਚ ਦੀ ਰਾਹ ਪਕੜ ਅਤੇ ਝੂਠ ਦੀ ਰਾਹ ਨਾ ਪਕੜ, ਅਤੇ ਝੂਠ ਵੀ ਕਦੀ ਨਾ ਬੋਲਿਓ ਅਤੇ ਝੂਠੀ ਤਰੀਕੇ ਵੀ ਨਾ ਅਪਣਾਓ। ਕਿਉਂਕਿ ਉਸ ਦੀ ਦਰਬਾਰ ਵਿੱਚ ਜਾਣਾ ਅਤੇ ਉਹ ਛਿਪਿਆ ਨਹੀਂ ਜਾਏਗਾ। ਜੋ ਤੂੰ ਗੱਲ ਕਰੀਏ ਉਹ ਤਾਂ ਸਾਹਮਣੇ ਆਏਗਾ ਹੀ ਆਏਗਾ। ਤਿੱਥੇ ਸੋਹਣ ਪੰਜ ਪਰਵਾਨ। ਅਤੇ ਇਸ ਧਰਤੀ ਦੇ ਵਿੱਚ ਜਿਹੜੇ ਦ ਐਕਸੈਪਟਡ ਸੇਂਟਸ, ਦ ਸੈਲਫ ਰੀਅਲਾਈਜ਼ਡ ਟਰੂ ਅਰਨਰਸ ਆਰ ਲੁਕਡ ਅਪੋਨ ਵਿਦ ਗ੍ਰੇਸ। ਉਸ ਦੀ ਦਰਬਾਰ ਵਿੱਚ ਜਿਹੜੇ ਸੋਹਣੇ ਨੇ, ਜਿਹੜੇ ਸੰਤ ਨੇ, ਪੰਚ ਨੇ, ਪਰਵਾਨ ਨੇ, ਉਹ ਉਸ ਦੀ ਦਰਗਾਹ ਵਿੱਚ ਪਰਵਾਨ ਹੋਣਗੇ। ਮਤਲਬ ਉਸ ਨੂੰ ਗ੍ਰੇਸ ਦੇ ਨਾਲ ਅਕਾਲ ਪੁਰਖ ਦੇਖਣਗੇ, ਐਕਸੈਪਟ ਕਰਨਗੇ, ਕਿਉਂਕਿ ਇਹ ਸੱਚੀ ਟਰੂ ਅਰਨਰਸ ਨੇ। ਇਹਨਾਂ ਨੇ ਕਮਾਈ ਕੀਤੀ, ਸੱਚੀ ਕਮਾਈ ਕੀਤੀ। ਉਸ ਦੀ ਦਰਬਾਰ ਵਿੱਚ ਉਹ ਸਾਨੂੰ ਛੱਡਿਆ ਹੋਇਆ ਕਰਮ ਕਰਨ ਵਾਸਤੇ ਅਤੇ ਉਹ ਵਿਚਾਰ ਕਰ ਰਿਹਾ। ਅਤੇ ਫਿਰ ਜਦੋਂ ਆਪਾਂ ਉਸ ਦੀ ਦਰਬਾਰ ਵਿੱਚ ਜਾਵਾਂਗੇ ਤਿੱਥੇ ਸੋਹਣ ਪੰਜ ਪਰਵਾਨ। ਉੱਥੇ ਫਿਰ ਪੰਜ ਜੇ ਅਸੀਂ ਬਣੇ, ਸੁਣੇ ਦੇ 4 ਪੌੜੀ, ਮਨੇ ਦੇ 4 ਪੌੜੀ, ਫਿਰ ਕੀ ਹੁੰਦਾ ਪੰਜ। ਉਹਨਾਂ ਦੀ ਦਰਬਾਰ ਦੀ ਕਮੇਟੀ ਬਣ ਜਾਂਗੇ। ਤਾਂ ਇੱਥੇ ਉਹ ਪੰਜ ਦੀ ਬਹੁਤ ਮਹਾਨ ਸ਼ਬਦ ਹੈ, ਜਿਹੜੀ ਸੰਤ ਦੀ ਗੱਲ ਹੈ, ਬ੍ਰਹਮ ਗਿਆਨੀ ਦੀ ਗੱਲ ਹੈ। ਉੱਥੇ ਗੁਰੂ ਕਹਿੰਦੇ ਨੇ ਸੋਹਣੇ ਜਿਹੜੇ ਨੇ ਸੰਤ ਪੰਜ ਜਿਹੜੇ ਨੇ ਉਹ ਫਿਰ ਉਹਨਾਂ ਦੇ ਕਰਮ ਚੰਗੇ ਸਨ, ਉਹਨਾਂ ਨੇ ਸੱਚਾਈ ਅਪਣਾਈ ਹੈ ਤਾਂ ਉਹ ਪਰਵਾਨ ਨੇ। ਨਦਰੀ ਕਰਮ ਪਵੈ ਨਿਸ਼ਾਨ and the mark of approval of the merciful master is visible on their face. ਗੁਰੂ ਕਹਿੰਦੇ ਨੇ ਉਹਨਾਂ ਦੇ ਕਰਮ ਅਨੁਸਾਰ ਉਹਨਾਂ ਦੇ ਉੱਤੇ ਨਜ਼ਰ ਪੈਂਦੀ ਹੈ ਅਤੇ ਉਹਨਾਂ ਦੇ ਚਿਹਰੇ ਦੇ ਨੂਰ, ਉਹਨਾਂ ਦੇ ਚਿਹਰੇ 'ਤੇ ਨਿਸ਼ਾਨ ਦਿਸਦੀ ਹੈ। ਪਵੇ ਨਿਸ਼ਾਨ ਮਤਲਬ ਉਹ ਪਤਾ ਚੱਲ ਜਾਂਦਾ ਕਿ ਇਹਦੇ ਵਿੱਚ ਕੁਛ ਹੈਗਾ। ਕਿਉਂਕਿ ਉਹ ਫਿਰ ਮਤਲਬ ਕਿ ਉਸ ਦੀ ਦਰਗਾਹ ਵਿੱਚ ਵਧੀਆ ਨਿਸ਼ਾਨ ਪਾ ਦਿੰਦੇ ਨੇ। ਮਤਲਬ ਉਹ ਮਾਸਟਰ ਹੋ ਜਾਂਦੇ ਨੇ ਜਾਂ ਦੁਨੀਆ ਦੀ ਦਰਗਾਹ ਵਿੱਚ ਇੱਜ਼ਤ ਪਾ ਲੈਣਗੇ ਅਤੇ ਫਿਰ ਉਹ ਉਸ ਦੀ ਵਡਿਆਈ ਹੋ ਜਾਂਦੀ ਹੈ ਅਤੇ ਉਸ ਦੇ ਚਿਹਰੇ ਦੇ ਨੂਰ ਤੋਂ ਵੀ ਪਤਾ ਚੱਲੇਗਾ ਕਿ ਉਸ ਨੇ ਗੁਰੂ ਦੀ ਕਿਰਪਾ ਪਾਈ ਹੈ। ਕਿਉਂਕਿ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਅਤੇ ਗੁਰੂਆਂ ਦੀ ਤਸਵੀਰ ਵੇਖਦੇ ਹਾਂ, ਬ੍ਰਹਮਾ ਬਾਬਾ ਦਾਦੀ ਦੀ ਤਸਵੀਰ ਵੇਖਦੇ ਹਾਂ, ਹਮੇਸ਼ਾ ਮੁਸਕਰਾ ਰਹੇ ਨੇ। ਤਸਵੀਰ ਦੀ ਗੱਲ ਛੱਡੋ, ਉਹਨਾਂ ਨਾਲ ਜੇ ਅਸੀਂ ਰਹੀਏ ਅਤੇ ਉਹਨਾਂ ਦੇ ਮਾਥੇ 'ਤੇ ਕੋਈ ਤ੍ਰਿਜੁੜੀ ਨਹੀਂ, ਉਹ ਉਹਨਾਂ ਦੇ ਚਿਹਰੇ 'ਤੇ ਕਦੀ ਹਮੇਸ਼ਾ ਹਲਕਾ ਸਾ ਮੁਸਕਰਾਹਟ ਹੁੰਦਾ ਰਹੇਗਾ, ਅੱਖਾਂ ਮਨ ਨਸ਼ੀਲੀਆਂ ਹੁੰਦੀਆਂ ਨੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਸੰਤਾਂ ਦੇ ਮਹਾਤਮਾ ਦੀ ਚਿਹਰਾ। ਮਤਲਬ ਕਈ ਵਾਰੀ ਅਸੀਂ ਝੂਠੇ ਤਰੀਕੇ ਨਾਲ ਵੀ ਉਹ ਚਿਹਰਾ ਅਪਣਾ ਲੈਂਦੇ ਹਾਂ, ਪਰ ਉਹ ਸਦਾ ਲਈ ਥੋੜ੍ਹਾ ਹੁੰਦਾ। ਫਿਰ ਸਾਡੇ ਆਸ ਪਾਸ ਦੇ ਲੋਕ ਨੂੰ ਤਾਂ ਵੇਖਣ ਨੂੰ ਆਉਂਦਾ ਕਿ ਇਹ ਤਾਂ ਕਦੀ ਕਦੀ ਇਹ ਚਿਹਰਾ ਪਾਉਂਦੀ ਹੈ, ਕਦੀ ਕਦੀ ਤਾਂ ਨਹੀਂ, ਕਦੀ ਕਦੀ ਗੁੱਸਾ ਕਰਦੀ ਹੈ। ਪਰ ਉਹ ਜਿਹੜੇ ਸੱਚੇ ਸੰਤ ਨੇ, ਪੰਚ ਨੇ, ਉਹ ਫਿਰ ਉਹਨਾਂ ਦੇ ਚਿਹਰਾ ਦੇ ਨਿਸ਼ਾਨ ਉਹ ਸਦਾ ਲਈ ਹੈ।
ਇਹ ਅਕਾਲ ਪੁਰਖ ਕਹਿੰਦੇ ਉਹਨਾਂ ਦੇ ਨਦਰੀ, ਉਹਨਾਂ ਦੇ ਕਰਮ ਅਨੁਸਾਰ ਉਹਨਾਂ ਨੂੰ ਉਹ ਪਾਇਆ, ਉਹਨਾਂ ਨੇ ਉਸ ਹੱਦ ਤੱਕ ਪਾ ਲਿਆ। ਕੱਚ ਪਕਾਈ ਉੱਥੇ ਪਾਏ, ਨਾਨਕ ਗਈਆਂ ਜਾਪੇ ਜਾਏ। How great, famous or powerful are we in this world matters not in the court of the Almighty Lord. O Nanak, when you go, you too will know. For it is only then in his court the true gain of how good or bad, mighty or low one is revealed. ਇੱਥੇ ਗੁਰੂ ਜੀ ਨੇ ਕਿਹਾ ਹੈ, ਪਹਿਲਾਂ ਸਾਨੂੰ ਪਾਇਆ ਧਰਤੀ ਦੇ ਉੱਤੇ ਖੇਡ ਖੇਡਣ ਵਾਸਤੇ, ਸਾਨੂੰ ਫਰੀ ਵਿਲ ਦਿੱਤਾ ਹੈ ਕਿ ਤੂੰ ਕਰੀ ਜਾ ਜੋ ਤੂੰ ਕਰ ਸਕਣੀ ਹੈ। ਅਤੇ ਪਰ ਫਿਰ ਗੁਰੂ ਨੇ ਉਹਨਾਂ ਦੀ ਸਿਰਫ ਗੱਲ ਕੀਤੀ ਹੈ ਜਿਹੜਾ ਕਿ ਸੰਤ ਮਹਾਤਮਾ ਪੰਚ ਜਿਹੜੇ ਉਹਨਾਂ ਦੇ ਚਿਹਰੇ ਲਿਸ਼ਕਦੇ ਨੇ, ਕਿਉਂਕਿ ਉਹ ਸੱਚ ਦੀ ਰਾਹ ਅਪਣਾਉਂਦੇ ਨੇ। ਪਰ ਇੱਥੇ ਗੁਰੂ ਕਹਿੰਦੇ ਨੇ ਕੱਚ ਪਕਾਏ ਉੱਥੇ ਪਾਏ, ਉੱਥੇ ਜਾ ਕੇ ਫਿਰ ਉਸ ਦੀ ਗੱਲ, ਉੱਥੇ ਦਾ ਮਤਲਬ ਉਸ ਦੀ ਦਰਬਾਰ ਵਿੱਚ ਜਾ ਕੇ ਕਿੰਨੀ ਤੁਸੀਂ ਕੱਚਾ ਕੰਮ ਕੀਤਾ, ਕਿੰਨਾ ਪੱਕਾ ਕੰਮ ਕੀਤਾ, ਉਹ ਦੇਖਿਆ ਜਾਏਗਾ, ਮਤਲਬ ਉਹ ਜੱਜ ਕੀਤਾ ਜਾਏਗਾ। ਨਾਨਕ ਗਿਆ ਜਾਪੇ ਜਾਏ। ਫਿਰ ਆਵਣ ਜਾਣ ਦਾ ਖੇਡ ਕਿਸ ਤਰ੍ਹਾਂ, ਤੁਸੀਂ ਕਿੱਥੇ ਜਾਓਗੇ, ਕਿੱਥੇ ਆਓਗੇ, ਫਿਰ ਅਸੀਂ ਜਾਣਾਂਗੇ। ਮਤਲਬ ਜਦੋਂ ਅਸੀਂ ਗੁਰੂ ਨਾਨਕ ਇੱਥੇ ਫਿਰ ਨਾਨਕ ਸੁੱਚੇ ਰੂਪ ਵਿੱਚ ਕਹਿੰਦੇ ਨੇ ਕਿ ਗਿਆ ਜਾਪੇ ਜਾਏ। ਫਿਰ ਗਿਆ ਇੱਕ ਵਾਰੀ, ਫਿਰ ਤੁਹਾਨੂੰ ਸਾਰਾ ਪਤਾ ਚਲੇਗਾ ਕਿੰਨੇ ਕੁ ਤੁਸੀਂ ਕੱਚੇ ਕੰਮ ਕਰਕੇ ਗਏ ਹੋ, ਕੂੜ ਵਿੱਚ ਰਹਿ ਕੇ ਗਏ ਹੋ, ਜਾਂ ਕਿੰਨੀ ਸੱਚਾਈ ਵਿੱਚ ਸੱਚਿਆਰਾ ਦਾ ਕੰਮ ਕਰਕੇ ਗਏ, ਉਹ ਸਾਰਾ ਤੁਹਾਨੂੰ ਉਹ ਨਜ਼ਰ ਆਉਂਦਾ। ਮਤਲਬ ਕਿੰਨਾ ਤੁਸੀਂ ਗੁੱਡ ਔਰ ਬੈਡ, ਕਿੰਨਾ ਲੋ, ਉਹ ਸਾਰਾ ਰਿਵੀਲ ਹੁੰਦਾ। ਇੱਥੇ ਆਪਾਂ ਇਸ ਨੂੰ ਕਹਾਂਗੇ, ਇਸ ਪੌੜੀ 34 ਜਿਹੜੀ ਧਰਮ ਖੰਡ ਦੀ ਗੱਲ ਚੱਲ ਰਹੀ ਹੈ, ਇਹ ਗੁਰੂ ਜੀ ਕਹਿ ਰਹੇ ਨੇ ਕਿ ਇਸੇ ਖੇਡ ਵਿੱਚ, ਇਸ ਧਰਤੀ ਦੇ ਵਿੱਚ, ਧਰਮਸ਼ਾਲ ਦੇ ਵਿੱਚ ਅਸੀਂ ਆਏ ਹਾਂ ਖੇਡ ਖੇਡਣ, ਅਤੇ ਅਸੀਂ ਖੇਡ ਕੇ ਰਹੇ ਹਾਂ। ਅਤੇ ਕਿੰਨਾ ਕੱਚਾ ਪੱਕਾ ਅਸੀਂ ਖੇਡ ਕੇ ਰਹੇ ਹਾਂ ਅਸੀਂ ਜਾਣਦੇ ਹਾਂ। ਅਸੀਂ ਆਪਣੇ ਆਪ ਨੂੰ ਦੇਖਣਾ ਕਿ ਮੈਂ ਵਧੀਆ ਸੱਚਿਆਰਾ ਵਰਗਾ ਖੇਡ ਕੇ ਰਿਹਾ ਜਾਂ ਝੂਠੇ ਖੇਡ ਖੇਡ ਰਿਹਾ। ਅਤੇ ਕਈ ਵਾਰੀ ਸਾਨੂੰ ਅਵੇਕਨਿੰਗ ਅਵੇਅਰਨੈਸ ਵੀ ਨਹੀਂ ਹੈਗਾ, ਅਤੇ ਉਸ ਦੀ ਦਰਗਾਹ ਵਿੱਚ ਸਾਰਿਆਂ ਨੂੰ ਨਜ਼ਰ ਆਏਗਾ ਕਿੰਨੇ ਸੱਚ ਖੇਡਿਆ, ਕਿੰਨੇ ਗਲਤ ਖੇਡਿਆ। ਉਸ ਦੀ ਦਰਬਾਰ ਸੱਚਾ ਹੈ, ਕੋਈ ਛਿਪ ਨਹੀਂ ਸਕਦਾ, ਉਹ ਸਾਹਮਣੇ ਆਏਗੀ ਅਤੇ ਸਾਨੂੰ ਕਬੂਲ ਕਰਨਾ ਪਏਗਾ। ਸਾਡੀ ਆਤਮਾ ਉਸ ਵੇਲੇ ਕਾਨੂੰਨ ਜਾਣੇਗੀ ਧਰਮ ਰਾਜ ਦੀ, ਉਸ ਦੀ ਦਰਬਾਰ ਦੀ ਕਾਨੂੰਨ ਪਹਿਚਾਣਦੀ ਹੈ ਅਤੇ ਕਬੂਲ ਕਰਨਾ ਪਏਗਾ। ਅਤੇ ਜਿਹੜੇ ਪੰਚ ਨੇ, ਜਿਹੜਾ ਸੱਚਿਆਰਾ ਨੇ, ਜਿਹੜਾ ਕਹਿਣਾ ਮੰਨ ਕੇ ਹੁਕਮ ਵਿੱਚ ਰਹਿ ਕੇ ਅਕਾਲ ਪੁਰਖ ਨੂੰ ਮਿਲ ਮਿਲ ਕੇ ਜ਼ਿੰਦਗੀ ਬਿਤਾਈ, ਉਹ ਫਿਰ ਉਸ ਦੀ ਦਰਬਾਰ ਵਿੱਚ ਜ਼ਰੂਰ ਖੁਸ਼ੀ ਪਾਉਣਗੇ, ਆਵਣ ਜਾਣ ਦਾ ਫਲ ਪਾਉਣਗੇ, ਅਤੇ ਉਸ ਦੀ ਦਰਬਾਰ ਵਿੱਚ ਪ੍ਰੇਜ਼ ਪਾਉਣਗੇ, ਵਡਿਆਈ ਪਾਉਣਗੇ, ਅਤੇ ਉਸ ਨੂੰ ਰਿਜ਼ਲਟ ਵੀ ਅੱਛੀ ਮਿਲੇਗੀ। ਆਪ ਜੀ ਦਾ ਥੈਂਕ ਯੂ। ਫਿਰ ਆਪਾਂ ਅਗਲੀ ਘੜੀ ਵਿੱਚ ਮਿਲਾਂਗੇ, ਪੌੜੀ 35 ਕਰਾਂਗੇ। ਪੌੜੀ 34 ਕੰਪਲੀਟ ਹੋ ਗਿਆ। ਓਮ ਸ਼ਾਂਤੀ। ਏਕ ਓਂਕਾਰ ਸਤਨਾਮ। ਸਤਿ ਸ਼੍ਰੀ ਅਕਾਲ।